ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਵਾਹਿਗੁਰੂ ਵਾਹਿਗੁਰੂ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਗੁਣਵੰਤੀ ਗੁਣ ਵਿਥਰੈ, ਔਗੁਣਵੰਤੀ ਝੂਰ। ਜੇ ਲੋਹੜੇ ਵਰ ਕਾਮਣੀ, ਨਹਿ ਮਿਲਿਐ ਫਿਰ ਕੂਰ। ਨਾ ਬੇੜੀ ਨਾ ਤੁਲਹੜਾ, ਨਾ ਪਾਈਐ ਫਿਰ ਦੂਰ। ਮੇਰੇ ਠਾਕੁਰ ਪੂਰੇ ਤਖਤ ਅਡੋਲ, ਗੁਰਮੁਖ ਪੂਰਾ ਜੇ ਕਰੇ। ਪਾਈਐ ਸਾਚ ਅਤੁਲ ਰਹਾਉ। ਪ੍ਰਭ ਹਰ ਮੰਦਰ ਸੋਹਣਾ, ਤਿਸ ਮੈਂ ਮਾਣਕ ਲਾਲ। ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰਿਸਾਲ। ਬਿਨ ਪੌੜੀ ਗੜ ਕਿਉ ਚੜੋ, ਗੁਰ ਹਰ ਧਿਆਨ ਨਿਹਾਲ। ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ। ਗੁਰ ਸਰ ਸਾਗਰ ਬੋਹਿ ਥੋ, ਗੁਰ ਤੀਰਥ ਦਿਰਿਆਉ। ਜੇ ਤਿਸ ਭਾਵੈ ਊਜਲੀ, ਸਤ ਸਰ ਨਾਵਣ ਜਾਉ। ਪੂਰੋ ਪੂਰੋ ਆਖੀਐ, ਪੂਰੇ ਤਖਤ ਨਿਵਾਸ। ਪੂਰੇ ਥਾਨ ਸੁਹਾਵਣੇ, ਪੂਰੇ ਆਸ ਨਿਰਾਸ। ਨਾਨਕ ਪੂਰਾ ਜੇ ਮਿਲੈ, ਕਿਉ ਕਾਟੇ ਗੁਣ ਤਾਸ। ਨਾਨਕ ਪੂਰਾ ਜੇ ਮਿਲੈ, ਕਿਉ ਕਾਟੇ ਗੁਣ ਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਦੇ ਮਾਧਿਅਮ ਨਾਲ ਹੁਣੇ ਜੋ ਪਵਿੱਤਰ ਸ਼ਬਦ ਸਰਵਣ ਕਰ ਰਹੇ ਸੋ, ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਪਵਿੱਤਰ ਸ਼ਬਦ। ਤੋ ਦਾਸ ਨੂੰ ਮਹਾਰਾਜ ਨੇ ਜਿਸ ਤਰ੍ਹਾਂ ਪ੍ਰੇਰਨਾ ਬਖਸ਼ਿਸ਼ ਕੀਤੀ ਹੈ, ਦੋ ਹਿੱਸਿਆਂ ਵਿੱਚ ਡਿਵਾਈਡ ਕਰਕੇ ਅਸੀਂ 2 ਦਿਨਾਂ ਵਿੱਚ ਇਸ ਸ਼ਬਦ ਦੀ ਵਿਚਾਰ ਕਰਾਂਗੇ। ਇਸ ਤੋਂ ਪਹਿਲਾਂ ਸੇਵਾਦਾਰ ਤੁਹਾਡੇ ਚਰਨਾਂ ਵਿੱਚ ਅਗਲੇਰੀਆਂ ਬੇਨਤੀਆਂ ਸ਼ੁਰੂ ਕਰੇ। ਸਤ ਸੰਗਤ ਆਰੰਭ ਵਿੱਚ ਹੀ ਬੇਨਤੀ ਹੈ ਕਿ ਇਹ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਅਤੇ ਆਪ ਸੰਗਤ ਦੀ ਅਸੀਸ ਨਾਲ ਤੁਸੀਂ ਮਨ ਹੀ ਮਨ ਇੱਥੇ ਬੈਠੇ ਜੇ ਅਸੀਸ ਦੇ ਦਿਓ, ਜੇ ਛੋਟੀ ਜੀ ਸੰਖੇਪ ਜੀ ਅਰਦਾਸ ਕਰ ਦਿਓ ਵੀ ਸਤਿਗੁਰੂ ਜੀ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦੀ ਸਾਡੇ ਕੋਲੋਂ ਵਿਚਾਰ ਹੋ ਜਾਏ, ਉਸ ਤਰ੍ਹਾਂ ਦੀ ਅਸੀਂ ਕਰ ਸਕੀਏ, ਉਸ ਤਰ੍ਹਾਂ ਅਸੀਂ
ਸੁਣ ਸਕੀਏ, ਅਸੀਂ ਉਸ ਤਰ੍ਹਾਂ ਦਾ ਵਾਤਾਵਰਨ ਸਿਰਜ ਸਕੀਏ, ਤੇ ਫਿਰ ਸਾਧ ਸੰਗਤ ਦੀ ਅਰਦਾਸ ਵਿਅਰਥ ਨਹੀਂ ਜਾਂਦੀ। ਸਾਰੇ ਮਨ ਹੀ ਮਨ ਅਸੀਂ ਗੁਰੂ ਚਰਨਾਂ ਵਿੱਚ ਇੰਜ ਆਖੀਏ, ਔਰ ਵਿਚਾਰ ਦੀ ਸ਼ੁਰੂਆਤ ਤੋਂ ਪਹਿਲਾਂ ਮਨ ਦੀ ਸ਼ੁੱਧੀ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਇਕਾਗਰਤਾ ਨਾਲ ਸਾਰੀ ਸੰਗਤ ਬੇਨਤੀ ਪ੍ਰਵਾਨ ਕਰਦੇ ਹੋਏ ਉਚਾਰਨ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਗੁਣਵੰਤੀ ਗੁਣ ਵਿਥਰੈ, ਔਗੁਣਵੰਤੀ ਝੂਰ। ਸੱਚੇ ਪਾਤਸ਼ਾਹ ਨੇ ਆਰੰਭ ਵਿੱਚ ਜਿਹੜੇ ਬਚਨ ਕੀਤੇ, ਗੁਣਵੰਤੀ ਔਰ ਔਗੁਣਵੰਤੀ। ਔਗੁਣਵੰਤੀ ਨੂੰ ਝੁਰਨਾ ਪੈਂਦਾ ਹੈ, ਪਰ ਗੁਣਵੰਤੀ ਵੀਥਰਾ ਦੇ ਅਰਥ ਨੇ ਹੋਰ ਗੁਣਾਂ ਨੂੰ ਵਧਾਉਣਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਗੁਣ ਕੀ ਹੈ? ਇਹਦੇ ਵਿਦਵਾਨਾਂ ਨੇ ਅਰਥ ਕੀਤੇ ਨੇ ਵੀ ਇੱਕ ਉਹ ਜੀਵ ਇਸਤਰੀ ਹੈ ਜਿਹੜੀ ਅਕਾਲ ਪੁਰਖ ਦੇ ਗੁਣਾਂ ਦਾ ਗੁਣਾਨਵਾਦ ਕਰਦੀ ਹੈ। ਗੁਣਾਨਵਾਦ ਕਰਨਾ, ਮਸਲਨ ਕਿਸੇ ਮਨੁੱਖ ਨੇ ਸਾਡੇ ਤੇ ਕੋਈ ਪਰਉਪਕਾਰ ਕੀਤਾ ਹੈ, ਸਾਡੇ ਨਾਲ ਕੋਈ ਅੱਛਾ ਵਿਹਾਰ ਕੀਤਾ ਹੈ, ਸਾਡੇ ਕੰਮ ਆਇਆ ਹੈ। ਸਭਿਅਕ ਲੋਕ ਇਹ ਗੱਲ ਉਹਨੂੰ ਜਤਾਉਂਦੇ ਨੇ, ਔਰ ਅਸਭਿਅਕ ਲੋਕ ਉਸ ਗੱਲ ਨੂੰ ਖਿਮਾ ਕਰਨਾ ਭੁਲਾ ਦਿੰਦੇ ਨੇ। ਥੋੜੀ ਜਿਹੀ ਵਿਸਲ ਵੱਜਦੀ, ਇਹਨੂੰ ਥੋੜ੍ਹਾ ਜਿਹਾ ਘਟਾ ਦਿਓ ਪਲੀਜ਼, ਔਰ ਇੱਕ ਜਗ੍ਹਾ ਤੇ ਟਿਕਾ ਦਿਓ, ਬਸ ਇੱਥੇ ਹੋਰ ਥੋੜੀ ਜਿਹੀ ਘਟਾ ਦਿਓ, ਵਾਰ-ਵਾਰ ਨਾ ਕਹਿਣਾ ਪਏ, ਵਕਤ ਬੇਸ਼ਕੀਮਤੀ ਹੈ। ਆਮ ਤੌਰ ਤੇ ਸਾਡਾ ਸੁਭਾਅ ਹੈ, ਸਾਨੂੰ ਆਪਣੀ ਛੋਟੀ ਜਿਹੀ ਨੇਕੀ ਜਿਹੜੀ ਦੂਜਿਆਂ ਨਾਲ ਅਸੀਂ ਕਰਨੇ ਆ, ਛੋਟੀ ਨੇਕੀ ਬਹੁਤ ਵੱਡੀ ਲੱਗਦੀ ਹੈ, ਕਿਉਂਕਿ ਉਹਨੂੰ ਨਾਪਣ ਦਾ ਸਾਡਾ ਆਪਣਾ ਮੈਥੇਮੈਟਿਕਸ ਹੁੰਦਾ ਹੈ। ਔਰ ਦੂਜਿਆਂ ਦੀ ਛੋਟੀ ਜਿਹੀ ਗਲਤੀ ਜਿਹੜੀ ਹੈ ਉਹ ਸਾਨੂੰ ਬਹੁਤ ਵੱਡੀ ਲੱਗਦੀ ਹੈ। ਇੱਕ ਦੁਖਾਂਤ ਹੈ ਮਨੁੱਖਤਾ ਦਾ। ਅਸੀਂ ਕਿਸੇ ਨਾਲ ਛੋਟੀ ਜਿਹੀ ਵੀ ਨੇਕੀ ਕੀਤੀ ਹੋਵੇ ਨਾ, ਤੇ ਉਹ ਸਾਨੂੰ ਜਿਤਾਏ ਨਾ, ਤੇ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਵੀ ਇਹ ਬੰਦਾ ਬੜਾ ਕਿਰਤ ਕਹਾਣੀ, ਇਹ ਬੜਾ ਅਹਿਸਾਨ ਫਰਾਮੋਸ਼ ਹੈ। ਔਰ ਹਜ਼ੂਰ ਕਹਿੰਦੇ ਨੇ ਵੀ ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਨੇਕੀ ਕਰੇ, ਛੋਟੀ ਜਿਹੀ ਨੇਕੀ ਕਰੇ, ਤੇ ਉਹ ਫੁੱਲ ਫੁੱਲ ਕੇ ਬਹਿੰਦਾ। ਤੇ ਜਿਸ ਨਿਰੰਕਾਰ ਨੇ ਸਾਡੇ ਨਾਲ ਇੰਨੀਆਂ ਨੇਕੀਆਂ ਕੀਤੀਆਂ ਵੀ ਸਾਡੇ ਕੋਲ ਉਹਦੀ ਕੋਈ ਗਿਣਤੀ ਨਹੀਂ, ਤੇ ਸਾਨੂੰ ਜੇ ਅਸੀਂ ਉਹਦਾ ਗੁਣਾਨਵਾਦ ਨਾ ਕਰੀਏ ਤੇ ਕੀ ਅਸੀਂ ਅਕਿਰਤ ਕਰਨੇ? ਅਸੀਂ ਅਹਿਸਾਨ ਫਰਾਮੋਸ਼ ਵਾਲੇ ਕਤਾਰ ਵਿੱਚ ਨਹੀਂ ਆ ਜਾਂਦੇ? ਇੱਕ ਥਾਂ ਤੇ ਹਜ਼ੂਰ ਦੇ ਅੰਮ੍ਰਿਤ ਬਾਣੀ ਵਿੱਚ ਬਚਨ ਆਉਂਦੇ ਨੇ, ਮਹਾਰਾਜ ਕਹਿੰਦੇ ਨੇ, ਜੇ ਕੋ ਏਕ ਕਰੇ ਚੰਗਿਆਈ, ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਬਫਾਵੇ, ਬੱਬਾ ਫੱਫੇ ਕੰਨਾ ਵਾਵੇ ਨੂੰ ਦਲਾਵਾਂ। ਮਨ ਕਰਕੇ ਚਿੱਤ ਕਰਕੇ ਬੜੀਆਂ ਫੜਾ ਮਾਰਦਾ, ਪਰ ਹਜ਼ੂਰ ਕਹਿੰਦੇ ਨੇ ਕਦੀ ਤੇਰਾ ਧਿਆਨ ਨਹੀਂ ਗਿਆ ਵੀ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛਤਾਵੇ। ਉਹਦਾ ਗੁਣਾਨਵਾਦ ਕਰਨਾ ਚਾਹੀਦਾ। ਗੁਣਾਨਵਾਦ ਕੀ ਹੈ? ਜਿਹੜਾ ਗੁਣ ਸ਼ਬਦ ਹੈ ਉਹਦੇ ਇੱਥੇ ਅਸੀਂ ਸੈਂਸ ਲਵਾਂਗੇ ਉਪਕਾਰ। ਜਿਸ ਤਰ੍ਹਾਂ ਤੁਸੀਂ ਸੁਖਮਣੀ ਸਾਹਿਬ ਵਿੱਚ ਪੜ੍ਹਦੇ ਹੋ, ਹਜ਼ੂਰ ਕਹਿੰਦੇ ਨੇ, ਨਿਰਗੁਣ ਆਰ ਇਆਣਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਫਿਰ ਕੀ ਕਹਿੰਦੇ ਨੇ? ਰਮਈਆ ਕੇ ਗੁਣ ਚੇਤ ਪ੍ਰਾਣੀ। ਉਸ ਸੋਹਣੇ ਰਾਮ ਨੇ ਜਿਹੜੇ ਤੇਰੇ ਤੇ ਪਰਉਪਕਾਰ ਕੀਤੇ ਨੇ ਨਾ, ਉਹਨਾਂ ਨੂੰ ਚੇਤੇ ਰੱਖ। ਹੁਣ ਸਵਾਲ ਪੈਦਾ ਹੁੰਦਾ ਵੀ ਉਪਕਾਰ ਕੀ ਕੀਤੇ ਨੇ, ਸਾਨੂੰ ਤੇ ਇਹ ਵੀ ਕੋਈ ਨਹੀਂ ਪਤਾ। ਮਹਾਰਾਜ ਫਿਰ ਬੜੇ ਵਿਸਥਾਰ ਵਿੱਚ, ਬੜੇ ਡਿਟੇਲ ਵਿੱਚ, ਬੜੇ ਧੀਰਜ ਵਿੱਚ ਸਾਨੂੰ ਦੱਸਦੇ ਨੇ ਵੀ ਮੋਟੇ ਮੋਟੇ ਮੈਂ ਤੈਨੂੰ ਗਿਣਾ ਦਿਆਂ, ਉਂਝ ਤੇ ਅੰਤ ਹੀ ਕੋਈ ਨਹੀਂ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਹੁਣ ਇੱਥੇ ਮੈਂ ਕੇਵਲ ਗੱਲ ਸਮਝਣ ਲਈ ਅਰਜ਼ ਕਰਾਂ, ਉਹਨੂੰ ਅਸ਼ਲੀਲਤਾ ਵੱਲ ਨਾ ਲਿਜਾਣਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਸਭ ਤੋਂ ਪਹਿਲਾ ਉਪਕਾਰ ਕੀ ਹੈ? ਤੇਰਾ ਮੂਲ ਕੀ ਹੈ ਔਰ ਤੈਨੂੰ ਬਣਾ ਕੀ ਦਿੱਤਾ ਹੈ। ਕਿਸੇ ਮਨੁੱਖ ਨੂੰ ਇੱਕ ਪਾਣੀ ਦਾ ਕਤਰਾ ਦੇ ਦਈਏ, ਉਹਨੂੰ ਕਹੀਏ ਵੀ ਸੋਹਣੀ ਮੂਰਤ ਬਣਾ ਦਿਓ, ਕਹੇਗਾ ਪਾਣੀ ਤੋਂ ਕਿਵੇਂ ਬਣਦੀ ਹੈ? ਪਰ ਹਜ਼ੂਰ ਕਹਿੰਦੇ ਨੇ
ਤੈਨੂੰ ਇੱਕ ਪਾਣੀ ਦੇ ਕਤਰੇ ਤੋਂ ਸੁੰਦਰ ਮੂਰਤ ਵਿੱਚ ਰੂਪਾਂਤਰਿਤ ਕਰ ਦਿੱਤਾ। ਪਾਣੀ ਮੈਲਾ, ਮਾਟੀ ਗੋਰੀ। ਮਾਂ ਦੇ ਖੂਨ ਰੂਪੀ ਜਿਹੜੀ ਮੱਟੀ ਹੈ, ਲਾਲ ਰੰਗ ਦੀ, ਗੋਰੇ ਰੰਗ ਦੀ, ਉਹ ਜ਼ਮੀਨ ਹੈ, ਔਰ ਪਿਤਾ ਦੀ ਮਣੀ ਉਹਦੇ ਵਿੱਚ ਬੀਜ ਹੈ। ਪਾਣੀ ਮੈਲਾ, ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਪੁੱਤਰੀ ਦੇ ਇੱਥੇ ਅਰਥ ਡਾਟਰ ਨਹੀਂ ਕਰਾਂਗੇ। ਪੁੱਤਰੀ ਮੈਨੇ ਪੁਤਲੀ, ਕਿੱਡੀ ਸੋਹਣੀ ਪੁਤਲੀ। ਤੂੰ ਆਦਮ ਕਦ ਸ਼ੀਸ਼ੇ ਦੇ ਸਾਹਮਣੇ ਕਿੰਨਾ ਕਿੰਨਾ ਚਿਰ ਆਪਣੇ ਆਪ ਨੂੰ ਨਿਹਾਰਨਾ ਤੇ ਕਹਿਣਾ ਵੀ ਮੈਂ ਕਿਤਨਾ ਸੁੰਦਰ। ਇਹ ਚੇਤਾ ਕਰ ਬਈ ਤੇਰੇ ਪੇਟ ਵਿੱਚ ਜਿਹੜੀ ਅਗਨ ਹੈ, ਇਹਦੇ ਵਿੱਚ ਕਈ ਹਜ਼ਾਰ ਲੀਟਰ ਪਾਣੀ ਜਿਹੜਾ ਉਹ ਯੂਰਨ ਬਣ ਕੇ ਬਾਹਰ ਕੱਢ ਦਿੱਤਾ, ਭਸਮ ਕਰ ਦਿੱਤਾ, ਵਾਸ਼ਪੀਕਰਨ ਕਰ ਦਿੱਤਾ, ਪਰ ਤੇਰੇ ਇੱਕ ਪਾਣੀ ਦੇ ਕਤਰੇ ਨੂੰ ਮਾਂ ਦੇ ਗਰਭ ਵਿੱਚ ਉਹਨੇ ਖਤਮ ਨਹੀਂ ਹੋਣ ਦਿੱਤਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਊਹਾਂ ਤੁਹਾਰੋ ਤੋਰਾ। ਪਰ ਅਸੀਂ ਕੀ ਕੀਤਾ? ਕੀਤੇ ਕੋ ਮੇਰਾ ਸਨਮਾਨ ਹੈ। ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਮੇਰਾ ਮੈਨੇ ਸਮੇਰ, ਸਮੇਰ ਮੈਨੇ ਹਿਮਾਲਿਆ। ਹਿਮਾਲਿਆ ਤੋਂ ਸੈਂਸ ਕੀ ਹੈ? ਬਹੁਤ ਵੱਡਾ। ਰੱਬ ਦੀ ਬਣਾਈ ਚੀਜ਼ ਨੂੰ ਤੇ ਬੜੀ ਵੱਡੀ ਸਮਝ ਲੈਣਾ, ਪਰ ਜਿਹਨੇ ਬਣਾਈ ਹੈ ਕਰਨਹਾਰ ਤ੍ਰੇਣ ਜਾਣਾ। ਜਿਵੇਂ ਗਲੀ ਵਿੱਚ ਕੋਈ ਟੀਲਾ ਪਿਆ ਹੈ, ਉਹਦੇ ਉੱਤੋਂ ਦੀ ਪੈਰ ਰੱਖ ਕੇ ਲੰਘ ਜਾਣਾ। ਬਣਾਉਣ ਵਾਲਾ ਬਿਲਕੁਲ ਛੋਟਾ ਔਰ ਉਹਦੀ ਬਣਾਈ ਹੋਈ ਚੀਜ਼ ਬੜੀ ਵੱਡੀ। ਕੀਤੇ ਕੋ ਮੇਰੇ ਸਮਾਨੈ, ਕਰਨਹਾਰ ਤ੍ਰਿਣ ਜਾਣਾ। ਔਰ ਇਹ ਗੁਸਤਾਖੀ ਹੈ। ਦੇਂਦੇ ਥਾਵੋਂ ਦਿੱਤਾ ਚੰਗਾ। ਧੰਨ ਗੁਰੂ ਨਾਨਕ ਸਾਹਿਬ ਮਾਝ ਕੀ ਵਾਰ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਹਜ਼ੂਰ ਕਹਿੰਦੇ ਨੇ ਸੁਰਤ ਮਤ ਚਤਰਾਈ ਤਾਂ ਕੀ, ਕਿਆ ਕਰ ਆਖ ਵਖਾਣੀ ਹੈ। तो पहला परोपकार की है? रमैया के गुण चेत प्राणी, रामैया के गुण चेत प्राणी, रामैया के गुण चेत प्राणी, रमैया के गुण चेत प्राणी, रमैया के गुण चेत प्राणी, रामैया के गुण चेत प्राणी, रामैया के गुण चेत पुराणी, रमैया के गुण चेत पुराणी। कवन मूल ते कवन दृष्टानी, कवन मूल ते कवन दृष्टानी, कवन मूल ते कवन दृष्टानी, कवन मूल ते कवन दृष्टानी। मूल की है? पानी का कतरा। और सुंदर मूर्त बना दी। सिर्फ सुंदर मूर्त नहीं बनाई, 84 ਲੱਖ ਜੂਨਾਂ ਦਾ ਸਰਦਾਰ ਬਣਾ ਦਿੱਤਾ। ਫਿਰ ਹਜ਼ੂਰ ਕੀ ਬਖਸ਼ਿਸ਼ ਕਰਦੇ ਨੇ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। 3 ਅੱਖਰ ਨੇ, ਸਾਜਿਆ, ਸਵਾਰਿਆ ਤੇ ਸ਼ਿੰਗਾਰਿਆ। ਵੇਖੋ ਵਾਹਿਗੁਰੂ ਦੇ ਹੁਕਮ ਵਿੱਚ ਜੈਸੇ ਜੈਸੇ ਸਰੀਰ ਮਿਲੇ ਨੇ ਸਾਰਿਆਂ ਨੂੰ, ਪਰ ਸਮਝਣ ਲਈ ਮੈਂ ਅਰਜ਼ ਕਰਾਂ, ਕੁਝ ਲੋਕਾਂ ਨੂੰ ਵਾਹਿਗੁਰੂ ਨੇ ਸਾਜਿਆ ਹੈ, ਖਿਮਾ ਕਰਨਾ, ਸਵਾਰਿਆ ਨਹੀਂ। ਕੁਝ ਲੋਕਾਂ ਨੂੰ ਸਾਜਿਆ ਹੈ ਔਰ ਫਿਰ ਸਵਾਰਿਆ ਹੈ, ਔਰ ਮੈਨੂੰ ਮਾਫ ਕਰਨਾ, ਸ਼ਿੰਗਾਰਿਆ ਨਹੀਂ। ਜੇ ਤੈਨੂੰ ਸਾਜਿਆ ਵੀ ਹੈ ਮੋਟਾ ਮੋਟਾ, ਸਵਾਰਿਆ ਵੀ ਔਰ ਬਾਰੀਕੀ ਨਾਲ ਸ਼ਿੰਗਾਰਿਆ ਵੀ ਹੈ, ਜਿਹਨੇ ਸੋਹਣਾ ਰੂਪ ਦਿੱਤਾ ਹੈ, ਫਿਰ ਉਹਦਾ ਸ਼ੁਕਰਗੁਜ਼ਾਰ ਕਿਉਂ ਨਹੀਂ ਹੁੰਦਾ? ਜੇ ਉਹ ਕਰੂਪ ਬਣਾ ਦਿੰਦਾ ਤੇ ਫਿਰ ਕੀ ਕਰ ਲੈਂਦਾ? ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕੀ ਕਰ ਲੈਂਦਾ? ਕੁਛ ਨਹੀਂ ਸੀ ਕਰ ਸਕਦਾ। ਕਰੂਪ ਬਣਾ ਦਿੰਦਾ, ਖਿਮਾ ਕਰਨਾ ਅਧੂਰਾ ਬਣਾ ਦਿੰਦਾ। ਜ਼ਮਾਂਦਰੂ ਬੋਲੇ, ਜ਼ਮਾਂਦਰੂ ਨੇਤਰਹੀਨ, ਜ਼ਮਾਂਦਰੂ ਲੂਲੇ, ਜ਼ਮਾਂਦਰੂ ਲੰਗੜੇ, ਜ਼ਮਾਂਦਰੂ ਦਿਮਾਗੀ ਤੌਰ ਤੇ ਅਸੰਤੁਲਿਤ ਲੋਕ ਸੰਸਾਰ ਵਿੱਚ ਬੜੇ ਮਿਲ ਜਾਂਦੇ ਨੇ। ਔਰ ਇਹਨਾਂ ਵੱਲ ਵੇਖ ਕੇ ਤੂੰ ਵਾਹਿਗੁਰੂ ਦਾ ਇੱਕ ਵਾਰ ਜ਼ਰੂਰ ਸ਼ੁਕਰਗੁਜ਼ਾਰ ਕਰਿਆ ਕਰ, ਸੱਚੇ ਪਾਤਸ਼ਾਹ ਮੈਨੂੰ ਤੂੰ ਸਾਜਿਆ ਵੀ ਏ, ਮੈਨੂੰ ਤੂੰ ਸਵਾਰਿਆ ਵੀ ਏ, ਔਰ ਮੈਨੂੰ ਤੂੰ ਸ਼ਿੰਗਾਰਿਆ ਵੀ ਏ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗੁਣਵੰਤੀ ਗੁਣ ਵਿਥਰੈ। ਗੁਣਾ ਵਾਲੀ ਜੀਵ ਇਸਤਰੀ ਉਹਦਾ ਗੁਣਾਨਵਾਦ ਕਰਦੀ ਏ। ਵਾਹਿਗੁਰੂ ਤੇਰੇ ਸਾਡੇ ਉੱਤੇ ਬੜੇ ਪਰਉਪਕਾਰ ਨੇ, ਤੇਰੇ ਸਾਡੇ ਤੇ ਬੜੇ ਅਹਿਸਾਨ ਨੇ, ਅਸੀਂ ਅਹਿਸਾਨ ਫਰਮ। ਇੱਕ ਦੁਖਾਂਤ ਸਾਡਾ ਹੋਰ ਹੈ, ਮਨੁੱਖ ਨੂੰ ਇਹ ਲੱਗਦਾ ਹੈ ਵੀ ਮੇਰੀ ਜਿਹੜੀ ਯੋਗਤਾ ਹੈ ਨਾ, ਮੇਰੀ ਜੋ ਕਾਬਲੀਅਤ ਹੈ,
ਮੈਨੂੰ ਉਹਦੇ ਨਾਲੋਂ ਥੋੜਾ ਮਿਲ ਰਿਹਾ। ਜਦੋਂ ਕਿ ਨਿਰੰਕਾਰ ਦਾ ਸੁਭਾਅ ਹੈ ਵੀ ਉਹ ਸਾਡੀ ਯੋਗਤਾ ਨਾਲੋਂ ਸਾਨੂੰ ਕਿਤੇ ਕਦੀ ਕਦੀ ਤੇ ਇਸ ਤਰ੍ਹਾਂ ਵੇਖਣ ਵਿੱਚ ਆਉਂਦਾ ਵੀ ਯੋਗਤਾ ਹੁੰਦੀ ਹੀ ਕੋਈ ਨਹੀਂ, ਹੁੰਦੀ ही कोई नहीं। अंदाजा है तलब से बढ़कर दिया, जब भी दिया कम हौसला हम ही है, यहां कुछ कमी नहीं। अंदाजा है तलब, मंगिया सी अंदाजे नाल, इन्ना मंगांगा इन्ना देगा, जदों दिता झोली छोटी पै गई, पात्रता घट गई, उन्हें वध दिता, उम्मीद नालों ज्यादा दिता। उस निरंकार ने ਸਾਡੇ ਤੇ ਬੜੇ ਪਰਉਪਕਾਰ ਕੀਤੇ ਨੇ, ਪਰ ਟਾਵੀਆਂ ਜੀਵ ਇਸਤਰੀਆਂ ਨੇ ਜਿਹੜੀਆਂ ਉਹਦਾ ਗੁਣਾਨਵਾਦ ਕਰਦੀਆਂ ਨੇ। ਜ਼ਿਆਦਾਤਰ ਸਾਡੇ ਦੁੱਖ ਦਾ ਕਾਰਨ ਪਤਾ ਕੀ ਹੈ? ਅਸੀਂ ਆਪਣੇ ਦੁੱਖਾਂ ਤੋਂ, ਅਸੀਂ ਮੀਨਜ਼ ਤੁਸੀਂ ਨਹੀਂ, ਇਹਨੂੰ ਖੁਸ਼ਾਮਦ ਨਾ ਸਮਝਣਾ, ਜਿਸ ਤਰ੍ਹਾਂ ਦਾ ਵਾਤਾਵਰਨ ਹੈ, ਐਟਮੋਸਫੀਅਰ ਹੈ, ਇਹ ਛੋਟੀ ਜੀ ਬਖਸ਼ਿਸ਼ ਨਹੀਂ ਵੀ ਨਿਰੰਕਾਰ ਨੇ ਸੋਹਣੇ ਘਰ ਦਿੱਤੇ ਨੇ, ਦੁਕਾਨਾਂ ਕਾਰੋਬਾਰ ਦਿੱਤੇ ਨੇ, ਇੱਜ਼ਤ ਆਬਰੂ ਦਿੱਤੀ ਹੈ, ਔਰ ਫਿਰ ਵੀ ਆ ਕੇ ਗੁਰੂ ਕੇ ਚਰਨਾਂ ਵਿੱਚ ਘੰਟਿਆਂ ਬੱਧੀ ਚੌਂਕੜੀ ਮਾਰ ਕੇ ਵਾਹਿਗੁਰੂ ਦੀ ਕੀਰਤੀ ਸੁਣਨੀ, ਇਹ ਇਸ ਗੱਲ ਦੀ ਪ੍ਰਤੀਕ ਹੈ ਵੀ ਵਾਹਿਗੁਰੂ ਦੀ ਬਖਸ਼ਿਸ਼ ਹੈ, ਭੈ ਭਾਵਨੀ ਚ ਜੀਵਨ ਬਤੀਤ ਹੋ ਰਿਹਾ। ਵਰਨਾ ਸਪਿਰਚੁਅਲ ਐਂਗਲ ਵਾਸਤੇ ਕਿਹਦੇ ਕੋਲ ਟਾਈਮ ਹੈ? ਤੁਸੀਂ ਤੇ ਬੜੀ ਬਖਸ਼ਿਸ਼ ਵਾਲੇ ਹੋ, ਪਰ ਆਮ ਤੌਰ ਤੇ ਮਨੁੱਖਤਾ ਦੇ ਜਿਹੜਾ ਦੁੱਖ ਦਾ ਕਾਰਨ ਹੈ ਉਹ ਮਨੁੱਖ ਦੇ ਆਪਣੇ ਦੁੱਖ ਨਹੀਂ। ਮਨੁੱਖ ਆਪਣੇ ਦੁੱਖਾਂ ਤੋਂ ਉਹਨਾਂ ਵਿਚਲਤ ਨਹੀਂ ਜਿਨ੍ਹਾਂ ਦੂਜਿਆਂ ਦੇ ਸੁੱਖਾਂ ਤੋਂ ਦੁਖੀ। ਔਰ ਇਸ ਪ੍ਰੋਬਲਮ ਦਾ, ਇਸ ਸਮੱਸਿਆ ਦਾ ਕੋਈ ਸਮਾਧਾਨ ਹੈ ਹੀ ਨਹੀਂ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਕੀ ਕਰ ਸਕਨੇ ਅਸੀਂ? ਜਿਸ ਨੂੰ ਸਹਿਬ ਵੱਡਾ ਕਰੇ ਸੋਈ ਵੱਡ ਜਾਣੀ, ਔਰ ਜੇ ਕੋਈ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ, ਉਹ ਤੇ ਮੂਰਖ ਹੈ। ਜਿਸ ਸਾਹਿਬ ਨੇ ਉਹਨੂੰ ਵੱਡਾ ਕੀਤਾ, ਤੂੰ ਵੀ ਉਹਦੇ ਨਾਲ ਜੁੜ ਜਾ, ਤੂੰ ਵੀ ਉਹਦੀ ਮਿੰਨਤ ਕਰ, ਤੂੰ ਵੀ ਉਹਦਾ ਤਰਲਾ ਕਰ, ਉਹਦੇ ਵਰਗੀ ਆਪਣੀ ਰਹਿਣੀ ਬਹਿਣੀ ਬਣਾ ਲੈ, ਉਹ ਤੇਰੇ ਤੇ ਵੀ ਕਿਰਪਾ ਕਰ ਦੇਗਾ, ਕਿਉਂਕਿ ਉੱਥੇ ਕਮੀ ਕਿਸੇ ਚੀਜ਼ ਦੀ ਕੋਈ ਨਹੀਂ। ਦੇਂਦਾ ਦੇ, ਲੈਂਦੇ ਠੱਕ ਪਾਏ। ਤੋ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਫਿਰ ਗਰਭ ਅਗਨ ਮੈਂ ਜਿਨ ਹੈ उभारिया। बार व्यवस्था तुझे प्यारे दूध, जब दांत न थे तो दूध दिया, अब दांत दिए क्या रिजक ना देगा? पहलों देता रिजक उपाहा, पिछों देता जंत उपाहा। बार व्यवस्था तुझे प्यारे दूध, पार जोबन भोजन सुख सूद, बिरद भया ऊपर साख सैन, मुख अप्याओ बैठ को देन, पर ए निर्गुण गुण कछु ना बुझे। सेंस ये है बई ओ जीव इस्त्री प्रवान चढ़दी है जिहड़ी वैगुरू दा गुणानवाद करदी है। दूजे शब्दां च इंज कहो जिहड़ा शुकराने नाल जुड़ जाता है, शुकराने नाल जुड़ जाता है। मैं एक कथा पढ़ी सी, सहाई होवेगी इस गल नूं समझण च। यूरोप विच वापरी प्रैक्टिकल। एक बौद्ध भिक्षु एक पहाड़ दे उत्ते बैठ के मैਡੀਟੇਸ਼ਨ करिया करदा सी। भूगोलक परिस्थितियां तो वाकफ सी। जिथे बैठा सी थोड़ा उच्ची जगह सी और ठीक 10-20-50 गज की विथ ते अगे एक बहुत डूंगी खाई सी। दरअसल वो एक दरिया का वहन सी। उत्थे बैठ के मैਡੀਟੇਸ਼ਨ करदा सी और एक दिन वो बैठा, उन्हें की तकिया भी दूरों एक व्यक्ति बड़ी तेज गति विच, बड़ी तीव्र गति विच दौड़िया आ रहा है। और बौद्ध भिक्षु ने सोचा भी इस व्यक्ति को भूगोलक परिस्थितियों का पता नहीं, इन्हूं पता ही नहीं भी अगे कई हज़ार फुट डूंगी खाई है और बकायदा वो पानी वग रहा, दरिया है, और इन्हूं पता कोई नहीं। और ये डिग पिया तो इसका नुकसान होगा, मर भी सकता है। और अपने आसन तो तेजी नाल बौद्ध भिक्षु उठिया और कंढे के करीब जाके उसकी घुट के बांह फड़ के तरीक के उन्होंने पीछे कर लिया। पता नहीं अगे डूंगी खाई है, मर जाएगा। धन्यवाद करने की बजाय व्यक्ति नाराज हो गया, कहने लगा तुसी ये की कीता है, नहीं सी करना। वो कह लगा तेनू तो मेरा शुक्रगुजार होना चाहिए, मैं तेनू बचाया और तू गुस्सा कर रहा है, इत्थे तू मर जाना सी। वो कह लगा भी यही तो समस्या, भी मैं मरन वास्ते तो आया सा, मरन वास्ते ही आया सा। आत्म हत्या के इरादे नाल दूरों भज के इहदे विच छाल मारन आया सा। चलो कोई गल नहीं, जिहड़े मरन का इरादा बना लैन उन्हां दी राखी नहीं हुंदी, पर 2 मिनट कुछ संवाद ते हो जाए भी क्यों मरना चाहुंदा। वो कहने लगा भी जमांदरू गरीब हाँ, गरीबी नाल बड़ा कुलिया वां,
ਬੜਾ ਘੁਲਿਆ, ਪਰ ਓੜਕ ਗਰੀਬੀ ਜਿੱਤ ਗਈ ਤੇ ਮੈਂ ਹਾਰ ਗਿਆ। ਮੈਂ ਹੁਣ ਅੰਦਰੋਂ ਟੁੱਟ ਗਿਆ। ਮੈਂ ਹੁਣ ਇਸ ਵਿਚਾਰ ਦੇ ਉੱਤੇ ਪਹੁੰਚ ਗਿਆ ਵੀ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚੰਗਾ ਹੈ। ਮੈਂ ਖੁਦਕੁਸ਼ੀ ਕਰਨ ਦਾ ਇਰਾਦਾ ਬਣਾ ਲਿਆ। ਆਖਰ ਮੈਡੀਟੇਸ਼ਨ ਕਰਦਾ ਸੀ, ਭਿਕਸ਼ੂ ਸੀ, ਧਾਰਮਿਕ ਬੰਦਾ ਸੀ। ਕੁਝ ਨਾ ਕੁਝ ਤੇ ਕਮਾਈ ਨਾਲ ਬੋਲਾਂ 'ਚ ਸੱਤਾ ਆ ਜਾਂਦੀ ਹੈ, ਧੀਰਜ ਮਿਲਦਾ ਹੈ। ਟਿਕੇ ਹੋਏ ਵਿਅਕਤੀ ਕੋਲ ਮਹਿਜ਼ ਬੈਠਣ ਨਾਲ ਵੀ ਤੁਹਾਨੂੰ ਟਿਕਾ ਆਵੇਗਾ। ਉਹ ਕਹਿਣ ਲੱਗਾ ਵੀ ਕੋਈ ਗੱਲ ਨਹੀਂ, ਪਰ ਮੇਰਾ ਇੱਕ ਸੁਝਾਅ ਹੈ ਛੋਟਾ ਜਿਹਾ। ਕਹਿਣ ਲੱਗੇ ਜੀ ਦੱਸੋ। ਉਹ ਆਖਣ ਲੱਗੇ ਵੀ ਤੂੰ ਮਰਨਾ ਚਾਹੁੰਦਾ, ਗਰੀਬੀ ਤੋਂ ਆ ਜਾ ਤੇ ਬੱਚੇ ਹਨ। ਕਹਿਣ ਲੱਗਾ ਜੀ ਬਿਲਕੁਲ ਹੈ। ਉਹ ਕਹਿਣ ਲੱਗਾ ਮੇਰਾ ਇੱਕ ਸੁਝਾਅ ਹੈ ਵੀ ਇੱਕ ਮੇਰਾ ਮਿੱਤਰ ਹੈ ਤੇ ਉਹਦੇ ਦੋਵੇਂ ਕਿਡਨੀਜ਼ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ, ਔਰ ਡਾਕਟਰਸ ਨੇ ਕਿਹਾ ਹੈ ਵੀ ਜੇ ਕੋਈ ਆਪਣੀ ਕਿਡਨੀ ਡੋਨੇਟ ਕਰਦਾ ਤੇ ਇਹਦੀ ਜ਼ਿੰਦਗੀ ਬਚ ਸਕਦੀ, ਔਰ ਉਹ ਬੜਾ ਰਿਚ ਹੈ। ਜੇ ਤੂੰ ਮਰਨ ਦਾ ਹੀ ਇਰਾਦਾ ਬਣਾਇਆ ਹੈ ਤੇ ਮਰਨ ਤੋਂ ਪਹਿਲਾਂ ਆਪਣੀਆਂ ਕਿਡਨੀਆਂ ਉਹਨੂੰ ਡੋਨੇਟ ਕਰ ਦੇ, ਉਹਦੇ ਕੋਲੋਂ ਮੈਂ ਧਨ ਦਵਾ ਦੇਣਾ ਔਰ ਬੱਚਿਆਂ ਦੀ ਜ਼ਿੰਦਗੀ ਵਧੀਆ ਲੰਘ ਜਾਏਗੀ। ਕੋਈ ਜਲਦੀ ਨਹੀਂ, ਸੋਚ ਲੈ। ਉਹ ਕਹਿਣ ਲੱਗਾ ਠੀਕ ਹੈ। ਵਕਤ ਦੇ ਦਿੱਤਾ, ਸੋਚ ਸਮਝ ਕੇ ਜਦੋਂ ਆਇਆ ਤੇ ਉਹ ਕਹਿਣ ਲੱਗਾ ਵੀ ਕਿਉਂ, ਮੈਂ ਸੰਪਰਕ ਕਰਾਂ, ਤੂੰ ਕਿਡਨੀਆਂ ਡੋਨੇਟ ਕਰੇਗਾ? ਉਹ ਕਹਿਣ ਲੱਗਾ ਵੀ ਨਹੀਂ, ਮੈਂ ਆਪਣੀ ਕਿਡਨੀਜ਼ ਡੋਨੇਟ ਨਹੀਂ ਕਰਾਂਗਾ। ਉਹ ਕਹਿਣ ਲੱਗਾ ਜਦੋਂ ਮਾਰੀ ਜਾਣਾ, ਬੇਕਾਰ ਹੋ ਜਾਣੀਆਂ ਨੇ, ਤੂੰ ਦੇ ਦੇ। ਉਹ ਕਹਿਣ ਲੱਗਾ ਵੀ ਨਹੀਂ, ਮੈਂ ਕਿਡਨੀਜ਼ ਨਹੀਂ ਦੇ ਸਕਦਾ, ਕਿਉਂਕਿ ਹੁਣ ਮੈਂ ਮਰਨ ਦਾ ਇਰਾਦਾ ਬਦਲ ਦਿੱਤਾ। ਉਹ ਕਹਿਣ ਲੱਗਾ ਵੀ ਕਿਉਂ? ਉਹ ਕਹਿਣ ਲੱਗਾ ਵੀ ਮੈਨੂੰ ਹੁਣ ਪਤਾ ਲੱਗਾ ਵੀ ਮੈਂ ਗਰੀਬ ਨਹੀਂ, ਮੈਨੂੰ ਨਿਰੰਕਾਰ ਨੇ ਉਹ ਕਿਡਨੀਜ਼ ਦਿੱਤੀਆਂ ਨੇ। ਮੈਂ ਜਾਗਦਾ ਹੋਵਾਂ, ਸੁੱਤਾ ਹੋਵਾਂ, ਬੈਠਾ ਹੋਵਾਂ, ਤੁਰ ਰਿਹਾ ਹੋਵਾਂ, ਲੇਟਿਆ ਹੋਵਾਂ, ਉਹ ਮੇਰੇ ਬਲੱਡ ਨੂੰ ਸਾਫ਼ ਕਰਨ ਦਾ ਕੰਮ ਲਗਾਤਾਰ ਕਰਦੀਆਂ ਰਹਿੰਦੀਆਂ ਨੇ। ਜਿਹਦਾ ਤੂੰ ਜ਼ਿਕਰ ਕਰਨਾ, ਉਹਦੇ ਕੋਲ ਧਨ ਬੜਾ ਹੈ, ਪਰ ਉਹਦੀਆਂ ਕਿਡਨੀਆਂ ਕੋਈ ਨਹੀਂ ਕੰਮ ਕਰਦੀਆਂ, ਧਨ ਕੀ ਕਰੇਗਾ? ਦੇਖੋ, ਸ਼ੁਕਰਗੁਜ਼ਾਰ ਹੋਣ ਲਈ ਇੱਕ ਇਨਸਾਨ ਕੋਲ ਇਹ ਕਾਫੀ ਹੈ ਵੀ ਇਹ ਨਿਰੰਕਾਰ ਤੂੰ ਮੈਨੂੰ ਮਨੁੱਖਾ ਸਰੀਰ ਦਿੱਤਾ ਹੈ ਔਰ ਤੰਦਰੁਸਤ ਦਿੱਤਾ ਹੈ। ਇਹ ਤੋਂ ਵੱਧ ਹੋਰ ਕੀ ਹੋ ਸਕਦਾ? ਜਿਨੇ ਸ਼ੁਕਰਗੁਜ਼ਾਰ ਕਰਨਾ ਹੈ, ਥੈਂਕਸ ਕਰਨਾ ਹੈ, ਸ਼ੁਕਰਾਨੇ ਨਾਲ ਜੁੜਨਾ ਹੈ, ਉਹਦੇ ਲਈ ਇਤਨਾ ਹੀ ਕਾਫੀ ਹੈ। ਬੇਸ਼ੱਕ ਬੇਸਰੋ ਸਮਾਨ ਹੈ। ਸ਼ੇਖ ਸ਼ਾਦੀ ਦਾ ਨਾਂ ਤੇ ਤੁਸੀਂ ਅਕਸਰ ਸੁਣਿਆ ਹੈ। ਛੋਟਾ ਜਿਹਾ ਸੀ ਤੇ ਮਾਤਾ ਪਿਤਾ ਚਲਾਣਾ ਕਰ ਗਏ। ਚਾਚੇ ਨੇ ਘਰ ਲੈ ਆਂਦਾ, ਆਪਣੇ ਬੱਚਿਆਂ ਵਿੱਚ ਉਹਨੇ ਰੱਖਿਆ ਗਿਜ਼ਾ, ਰਿਹਾਇਸ਼, ਲੋੜਾਂ, ਕੁੱਲੀ ਗੁੱਲੀ ਜੁੱਲੀ ਸ਼ੇਖ ਸ਼ਾਦੀ ਦੀ ਆਪਣੇ ਚਚੇਰੇ ਭੈਣਾਂ ਭਰਾਵਾਂ ਦੇ ਨਾਲ ਦਰਗੁਜ਼ਰ ਹੋਣ ਲੱਗੀ। ਤੇ ਚਾਚੀ ਥੋੜੀ ਤਿੱਖੇ ਸੁਭਾਅ ਦੀ ਸੀ। ਉਹਨੇ ਝਿੜਕਚੰਬ ਕਰਨੀ ਤੇ ਸ਼ੇਖ ਸ਼ਾਦੀ ਦੇ ਚਾਚੇ ਨੇ ਸਮਝਾਣਾ। ਇੱਕ ਦਿਨ ਉਹ ਤਲਖੀ ਵਿੱਚ ਆ ਕੇ ਕਹਿਣ ਲੱਗੀ, ਜੀ ਇਸ ਘਰ ਵਿੱਚ ਜਾਂ ਤੇ ਤੁਹਾਡਾ ਭਤੀਜਾ ਸ਼ਾਦੀ ਰਵੇਗਾ ਜਾਂ ਫਿਰ ਮੈਂ ਰਵਾਂਗੀ। ਫੈਸਲਾ ਤੁਹਾਡੇ ਹੱਥੇ ਕਰ ਲਓ। ਜੇ ਮੈਨੂੰ ਇਸ ਘਰ ਵਿੱਚ ਰੱਖਣਾ ਹੈ ਤੇ ਇਹ ਮੁੰਡਾ ਇਸ ਘਰ ਵਿੱਚ ਨਹੀਂ ਰਹੇਗਾ। ਹੁਣ ਕੀ ਕਰਾਂ? ਕਿਸੇ ਸਿਆਣੇ ਆਖਿਆ ਵੀ ਯਤੀਮ ਖਾਨੇ ਛੱਡਿਆ, ਘਰ ਨਾ ਆਪਣਾ ਉਜਾੜ, ਕੋਈ ਗੱਲ ਨਹੀਂ, ਬੱਚਾ ਪਲ ਜਾਏਗਾ। ਯਤੀਮ ਖਾਨੇ ਦੇ ਇੰਤਜ਼ਾਮੀਏ ਕੋਲ ਪੁੱਛਿਆ। ਉਹ ਕਹਿਣ ਲੱਗਾ ਵੀ ਹਾਂ, ਇਹ ਹੈ ਹੀ ਯਤੀਮਾਂ ਵਾਸਤੇ। ਸ਼ੇਖ ਸ਼ਾਦੀ ਨੇ ਘੁੱਟ ਕੇ ਚਾਚੇ ਦੀ ਉਂਗਲ ਫੜ ਲਈ, ਗਿੱਲੀਆਂ ਅੱਖਾਂ ਨਾਲੋਂ ਘਰੋਂ ਰੁਖਸਤ ਹੋਇਆ ਔਰ ਇੰਤਜ਼ਾਮੀਏ ਦੇ ਦਰਵਾਜ਼ੇ ਦੇ ਬਾਹਰ ਖੜਾ ਕਰਕੇ ਸ਼ੇਖ ਸ਼ਾਦੀ ਦਾ ਚਾਚਾ ਅੰਦਰ ਗਿਆ। ਕਹਿਣ ਲੱਗਾ ਜੀ ਬੱਚਾ ਲੈ ਆਂਦਾ। ਉਹ ਕਹਿਣ ਲੱਗਾ ਸਾਡੀਆਂ ਕੁਝ ਸ਼ਰਤਾਂ ਨੇ। ਕਹਿਣ ਲੱਗਾ ਜੀ ਦੱਸੋ। ਕਹਿਣ ਲੱਗਾ ਬੱਚੇ ਨੂੰ 5 ਵਕਤ ਨਮਾਜ਼ ਜਿਹੜੀ ਹੈ ਅਤਾ ਕਰਨੀ ਪੈਗੀ, ਕਿਉਂਕਿ ਇਹ ਚੈਰੀਟੇਬਲ ਟਰਸਟ ਹੈ ਔਰ ਇੱਥੇ ਮੁਸਲਮਾਨ ਡੋਨੇਸ਼ਨ ਦਿੰਦੇ ਨੇ। ਉਹ ਕਹਿੰਦੇ ਨੇ ਵੀ ਬੱਚਿਆਂ ਨੂੰ ਮੁਸਲਮਾਨ ਧਰਮ ਵਿੱਚ ਪ੍ਰਪੱਕ ਕਰੋ। ਬੇਟਾ 5 ਵਕਤ ਨਮਾਜ਼ ਅਤਾ ਕਰ ਲੇਗਾ ਨਾ? ਹਾਂ ਚਾਚਾ, ਜਾ ਮੈਂ ਕਰ ਲਾਂਗਾ। ਸ਼ੇਖ ਸ਼ਾਦੀ ਬੱਚੇ ਨੂੰ ਯਤੀਮ ਖਾਨੇ ਵਿੱਚ ਛੱਡ ਕੇ ਔਰ ਛਾਤੀ ਤੇ ਪੱਥਰ ਰੱਖ ਕੇ ਵਾਪਸ ਮੁੜ ਆਇਆ। ਹੁਣ ਛੋਟਾ ਜਿਹਾ ਬੱਚਾ ਨਮਾਜ਼ ਅਤਾ ਕਰਦਾ ਜਿਵੇਂ ਉਸਤਾਦ ਸਿਖਾਉਂਦੇ ਨੇ। ਸਮੇਂ ਦਾ ਪਈਆ ਆਪਣੀ ਚਾਲੇ ਚੱਲਦਾ ਗਿਆ। ਅਰਬ ਦੇਸ਼ ਬੜੇ ਗਰਮ ਨੇ, ਤੁਹਾਨੂੰ ਪਤਾ ਵੀ ਖਾਸ ਕਰਕੇ ਗਰਮੀ ਦੇ ਵਿੱਚ ਉੱਪਰੋਂ ਸੂਰਜ ਤਪਦਾ ਹੈ, ਹੇਠੋਂ ਬਾਲੂ ਤਪਦੀ ਏ ਔਰ ਤੱਤੀਆਂ ਲੋਵਾਂ। ਹੁਣ ਵੀ ਬਹੁਤ ਗਰਮੀ ਪੈਂਦੀ ਹੈ। ਬੜੇ ਵੱਡੇ ਵੱਡੇ 에ਅਰ ਕੰਡੀਸ਼ਨ ਦਫ਼ਤਰਾਂ ਵਿੱਚ, ਘਰਾਂ ਵਿੱਚ 10, 10:30, 11 ਵਜੇ ਲੋਕ ਆਪਣੇ ਆਪ ਨੂੰ ਦਿਨੇ ਘਰਾਂ ਵਿੱਚ ਬੰਦ ਕਰ ਲੈਂਦੇ ਨੇ ਔਰ ਫਿਰ ਸ਼ਾਮ ਨੂੰ ਘਰਾਂ ਚੋਂ ਬਾਹਰ ਨਿਕਲਦੇ ਨੇ। ਬਹੁਤ ਗਰਮੀ। ਦੁਪਹਿਰ ਦੀ ਨਮਾਜ਼ ਅਤਾ ਕਰਨ ਜਾ ਰਿਹਾ ਹੈ, ਉੱਪਰੋਂ ਸੂਰਜ ਤਪ ਰਿਹਾ ਹੈ, ਹੇਠੋਂ ਜ਼ਮੀਨ ਤਪੀ ਹੋਈ ਹੈ, ਤੱਤੀ ਲੋ ਵਗ ਰਹੀ ਹੈ ਔਰ ਜਾ ਰਿਹਾ ਮਸਜਿਦ ਥੋੜੀ ਡਿਸਟੈਂਸ ਤੇ ਹੈ ਔਰ ਨੰਗੇ ਪੈਰ, ਜੁੱਤੀ ਕੋਈ ਨਹੀਂ ਪੈਰਾਂ 'ਚ। ਔਰ ਜਾਂਦਾ ਜਾਂਦਾ ਦੁਆ ਵਿੱਚ ਜੁੜ ਗਿਆ, ਐ ਖੁਦਾ ਮੈਂ ਯਤੀਮ ਬੱਚਾ, ਬੇਸਹਾਰਾ ਬੱਚਾ, 5 ਵਕਤ ਦਾ ਪੱਕਾ ਨਮਾਜ਼ੀ, ਮੇਰੇ ਤੇ ਫਜ਼ਲ ਕਰ, ਮੇਰੇ ਤੇ ਤਰਸ ਕਰ, ਦਇਆ ਕਰ,
ਕਮ ਸੇ ਕਮ ਪੈਰਾਂ ਵਿੱਚ ਪਾਉਣ ਲਈ ਮੈਨੂੰ ਇੱਕ ਜੁੱਤੀਆਂ ਦਾ ਜੋੜਾ ਤੇ ਨਸੀਬ ਕਰਵਾ ਨਾ। ਤੂੰ ਤੇ ਬੜਾ ਬੇਅੰਤ ਹੈ, ਤੂੰ ਤੇ ਬੜਾ ਦਿਆਲੂ ਹੈ ਨਾ, ਤੂੰ ਤੇ ਕਰੀਮ ਹੈ, ਇੱਕ ਜੋੜਾ ਪੈਰਾਂ ਵਿੱਚ ਪਾਉਣ ਲਈ ਤੇ ਮੈਨੂੰ ਦੇ ਨਾ। ਔਰ ਦੁਆ ਕਰਦਾ ਕਰਦਾ ਤੁਰਿਆ ਜਾ ਰਿਹਾ ਹੈ। ਪਤਾ ਹੀ ਨਹੀਂ ਲੱਗਾ ਵੀ ਜਿਹੜੀ ਦੁਆ ਹੈ, ਜਿਹੜੀ ਪ੍ਰੇਅਰ ਹੈ, ਜਿਹੜੀ ਪ੍ਰਾਰਥਨਾ ਜਾਂ ਅਰਦਾਸ ਹੈ, ਉਹ ਸ਼ਿਕਾਇਤ ਵਿੱਚ ਕਦੋਂ ਰੂਪਾਂਤਰਿਤ ਹੋ ਗਈ। ਤੂੰ ਚੰਗਾ ਖੁਦਾ ਹੈ। ਕਿਤਨੇ ਨਾ ਸ਼ੁਕਰੇ ਨੇ, ਜੁੱਤੀਆਂ ਦੀ ਵਾਰੀ ਕੋਈ ਨਹੀਂ ਆਉਂਦੀ, ਕੱਪੜਿਆਂ ਦੀ ਵਾਰੀ ਕੋਈ ਨਹੀਂ ਆਉਂਦੀ, ਉਹ ਲੋਕਾਂ ਨੂੰ ਵੰਡ ਦਿੰਦੇ ਨੇ ਪੁਰਾਣੀਆਂ, ਔਰ ਮੈਂ 5 ਵਕਤ ਦਾ ਨਵਾਜੀ, ਤੇਰਾ ਕੋਈ ਇਨਸਾਫ ਹੈ? ਮੇਰੇ ਪੈਰਾਂ 'ਚ ਪਾਉਣ ਲਈ ਇੱਕ ਵੀ ਜੁੱਤੀ ਨਹੀਂ। ਔਰ ਸ਼ਿਕਾਇਤ ਕਰਦਾ ਕਰਦਾ ਮਸੀਤ ਕੋਲ ਪਹੁੰਚ ਗਿਆ। ਮਸੀਤ ਦਾ ਫਰਸ਼ ਆਮ ਜ਼ਮੀਨ ਨਾਲੋਂ 2-3-4 ਫੁੱਟ ਉੱਚਾ ਸੀ, ਔਰ ਉਹਦੀਆਂ ਸੀੜੀਆਂ ਪੌੜੀਆਂ ਬਣੀਆਂ ਹੋਈਆਂ ਸਨ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ।